ਗੁਰੂ ਪਿਆਰੀ ਸਾਧ ਸੰਗਤ ਜੀਓ, ਸਿੱਖਾਂ ਦਾ ਸਭ ਤੋਂ ਪਵਿੱਤਰ ਮੁਕੱਦਸ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਹਦੇ ਬਾਰੇ ਸਤਿਗੁਰੂ ਆਪ ਬਾਣੀ ਦੇ ਵਿੱਚ ਫਰਮਾਉਂਦੇ ਨੇ ਕਿ ਦੁਨੀਆ ਦੇ ਸਾਰੇ ਹੀ ਪਵਿੱਤਰ ਸਥਾਨ ਦੇਖੇ ਨੇ, ਬੜੇ ਸਤਿਕਾਰਯੋਗ ਨੇ, ਪਰ ਹਰਿਮੰਦਰ ਸਾਹਿਬ ਵਰਗੀ ਸ਼ਾਂਤੀ, ਸਫਾਈ ਅਤੇ ਰੂਹਾਨੀਅਤ ਦਾ ਕੇਂਦਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਸਤਿਗੁਰੂ ਜੀ ਕਹਿੰਦੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮਲ ਜਾਹੇ, ਨਾਇਐ ਰਾਮਦਾਸ ਸਰ। ਇਹ ਐਸਾ ਪਵਿੱਤਰ ਸਥਾਨ ਹੈ ਜਿਹਦੇ ਵਿੱਚ ਜੀਵਨ ਬਦਲਣ ਦੀ ਬੜੀ ਵੱਡੀ ਬਰਕਤ ਹੈ। ਵੈਸੇ ਆਪਾਂ ਜੇ ਕਿਸੇ ਦਾ ਕੁਦਰਤੀ ਜੀਵਨ ਬਦਲਣਾ ਚਾਹੀਏ ਤੇ ਉਹ ਬਦਲਦਾ ਨਹੀਂ। ਸਤਿਗੁਰੂ ਜੀ ਦੇ ਬਾਣੀ ਦੇ ਬਚਨ ਨੇ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਗਾ ਖਾਏ ਮੁਖ ਗੋ ਹੈ। ਉਹ ਆਪਣਾ ਸੁਭਾਅ ਨਹੀਂ ਛੱਡਦਾ, ਕਾਂ ਨੂੰ ਅੰਮ੍ਰਿਤ ਪਾਈਏ ਉਹ ਗੰਦਗੀ ਖਾਵੇਗਾ। ਪਰ ਗੁਰੂ ਦੇ ਵਿੱਚ ਕਿੱਡੀ ਵੱਡੀ ਬਰਕਤ ਹੈ ਕਿ ਸਤਿਗੁਰ ਚਾਹੇ ਤਾਂ ਕਾਂ ਵਰਗਾ, ਜਿਨ੍ਹਾਂ ਦਾ ਪਾਪਾਂ ਦਾ ਭਰਿਆ ਹੋਇਆ ਕਾਲਾ ਜੀਵਨ ਹੈ, ਜਿਹੜੇ ਵਿਸ਼ੇ ਵਿਕਾਰ ਰੂਪੀ ਗੰਦਗੀ ਹੀ ਖਾਂਦੇ ਰਹਿੰਦੇ ਨੇ, ਉਹਨਾਂ ਦਾ ਜੀਵਨ ਬਦਲ ਸਕਦਾ ਹੈ। ਇੰਨੀ ਤਾਕਤ ਕਿਹਦੇ ਵਿੱਚ ਹੈ? ਤਾਂ ਇੰਨੀ ਤਾਕਤ ਸਤਿਗੁਰੂ ਅਤੇ ਸਤਿਗੁਰੂ ਦੇ ਦਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਆਪਾਂ ਬਾਣੀ ਪੜ੍ਹਦੇ ਹਾਂ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋ ਹੈ। ਸਤਿਗੁਰੂ ਜੀਵਨ ਬਦਲਣ ਦੀ ਤਾਕਤ ਰੱਖਦਾ ਹੈ। ਆਪ ਜੀ ਆਸਾ ਕੀ ਵਾਰ ਦੇ ਵਿੱਚ ਸ਼ਰਵਣ ਕਰਦੇ ਹੋਵੋਗੇ, ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰੂ ਨੇ ਸਾਨੂੰ ਜਿਉਂਦੇ ਜਾਗਦੇ ਸਿੱਖਾਂ ਨੂੰ ਦੇਵਤੇ ਬਣਾ ਦਿੱਤਾ ਹੈ। ਭੁੱਖੇ ਨੂੰ ਰੋਟੀ ਦਵੇ ਦੇਵਤਾ ਹੈ। ਦੇਵਤਾ ਸੰਸਕ੍ਰਿਤ ਦਾ ਸ਼ਬਦ ਹੈ, ਜਿਹਦਾ ਭਾਵ ਦੇਣ ਵਾਲਾ। ਸਿੱਖ ਜਦੋਂ ਭੁੱਖੇ ਨੂੰ ਰੋਟੀ ਦਿੰਦਾ ਹੈ, ਨੰਗੇ ਨੂੰ ਕੱਪੜਾ ਦਿੰਦਾ ਹੈ, ਤਾਂ ਉਹ ਜਿਉਂਦਾ ਜਾਗਦਾ ਦੇਵਤਾ ਹੈ। ਮੰਦਰ ਦੇ ਵਿੱਚ ਦੇਵਤੇ ਨੇ, ਪਰ ਪੱਥਰ ਦੇ ਨੇ। ਰਸਤੇ ਤੇ ਤੁਰਿਆ ਜਾਂਦਾ ਦੇਵਤਾ ਸਿੱਖ ਹੈ। ਜਦੋਂ ਕਿਸੇ ਦੇ ਪੈਸੇ ਡਿੱਗ ਪੈਣ, ਸਿੱਖ ਚੁੱਕ ਕੇ ਉਹਨੂੰ ਵਾਪਸ ਕਰ ਦਵੇ, ਤਾਂ ਉਹ ਜਿਉਂਦਾ ਜਾਗਦਾ ਦੇਵਤਾ ਹੈ। ਗੁਰੂ ਨੇ ਸਾਨੂੰ ਜਿਉਂਦੇ ਜਾਗਦੇ ਦੇਵਤੇ ਬਣਾਤਾ ਹੈ। ਹਰਿਮੰਦਰ ਸਾਹਿਬ ਜਿਹੜਾ ਸਿਰਫ ਜੇ ਇੰਨਾ ਹੀ ਕਹਿ ਦਈਏ ਕਿ ਸਿੱਖਾਂ ਦਾ ਪਵਿੱਤਰ ਸਥਾਨ ਹੈ, ਤਾਂ ਵੀ ਗੱਲ ਬਣਦੀ ਨਹੀਂ। ਇਹ ਤਾਂ ਸਗੋਂ ਕਹਿਣਾ ਬਣਦਾ ਹੈ ਕਿ ਸਭਨਾਂ ਦਾ ਸਾਂਝਾ ਹੈ। ਇੱਕੋ ਇੱਕ ਦੁਨੀਆ ਤੇ ਐਸਾ ਦਰ ਹੈ ਜਿੱਥੇ ਹਰ ਕੋਈ ਇਨਸਾਨ ਜਾ ਸਕਦਾ ਹੈ ਤੇ ਬਿਨਾਂ ਭੇਦ ਭਾਵ ਤੋਂ ਆਪਣੀ ਅਕੀਦਤ ਭੇਟ ਕਰ ਸਕਦਾ ਹੈ, ਲੰਗਰ ਚੋਂ ਪ੍ਰਸ਼ਾਦਾ ਖਾ ਸਕਦਾ ਹੈ। ਇਸਲਾਮ ਧਰਮ ਦਾ ਪਵਿੱਤਰ ਸਥਾਨ ਹੈ ਮੱਕਾ, ਕਾਬਾ। ਹਿੰਦੂ ਨਹੀਂ ਜਾ ਸਕਦਾ, ਸਿੱਖ ਨਹੀਂ ਜਾ ਸਕਦਾ। ਹਿੰਦੂਆਂ ਦਾ ਪਵਿੱਤਰ ਗ੍ਰੰਥ ਹੈ ਗੀਤਾ।
ਮੁਸਲਮਾਨਾਂ ਦਾ ਨਾਮ ਜਿਹੜਾ ਅੱਲਾਹ ਨੂੰ ਦਿੱਤਾ ਹੋਇਆ ਪਵਿੱਤਰ ਨਾਮ ਅੱਲਾਹ ਹੈ, ਲਾ ਸ਼ਰੀਕ ਹੈ, ਵਿੱਚ ਨਹੀਂ ਆਵੇਗਾ। ਹਿੰਦੂਆਂ ਦੇ ਗ੍ਰੰਥ ਵਿੱਚ ਅੱਲਾਹ ਨਹੀਂ ਤੇ ਮੁਸਲਮਾਨਾਂ ਦੇ ਗ੍ਰੰਥ ਵਿੱਚ ਰਾਮ ਨਹੀਂ, ਪਰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਐਸਾ ਗ੍ਰੰਥ ਹੈ ਜੋ ਸਰਬ ਸਾਂਝਾ ਹੈ। ਜਿੱਥੇ ਗੁਰੂ ਸਾਂਝਾ ਹੈ ਉੱਥੇ ਗੁਰੂ ਦਾ ਦਰ ਵੀ ਸਾਂਝਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਸ ਦੀ ਨੀਂਹ ਰੱਖੀ। ਤੇ ਗਿਆਨੀ ਗਿਆਨ ਸਿੰਘ ਜੀ ਤਾਂ ਇੱਥੋਂ ਤੱਕ ਲਿਖ ਦਿੰਦੇ ਨੇ ਕਿ ਇੱਕ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਪਾਸੋਂ ਰਖਵਾਈ। ਪਰ ਅੱਜ ਹੈਰਾਨ ਹੋਈਦਾ ਹੈ ਕਿ ਸਾਡੇ ਭੈਣ ਭਰਾ ਭੁੱਲੇ ਹੋਏ ਅਣਜਾਣਪੁਣੇ ਵਿੱਚ ਜਾਂ ਫੋਕੀ ਸ਼ੋਹਰਤ ਖੱਟਣ ਵਾਸਤੇ ਜਾਂ ਦੁਨਿਆਵੀ ਨਸ਼ੇ ਵਿਦਿਆ ਦੇ ਵਿੱਚ ਚੂਰ, ਆਪਣੀ ਵਿਦਿਆ ਦੇ ਹਉਮੈ 'ਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਸਰਬ ਸਾਂਝਾ ਦਰ ਹੈ ਉਹਦੀ ਨਿੰਦਿਆ ਕਰਨ ਤੋਂ ਵੀ ਨਹੀਂ ਝਕਦੇ। ਤੁਸੀਂ ਹੈਰਾਨ ਹੋਵੋਗੇ, ਜਿਸ ਜਗ੍ਹਾ ਤੇ ਦੁਨੀਆ ਦਾ ਸ਼ਹਿਨਸ਼ਾਹ ਬੈਠਾ ਹੋਵੇ, ਜਿਸ ਜਗ੍ਹਾ ਤੇ ਜਾਗਤ ਜੋਤ ਦੇ ਦਰਸ਼ਨ ਹੋਣ, ਸਿੱਖਾਂ ਦੇ ਹਿਰਦੇ ਨੂੰ ਠੰਡ ਪਵੇ, ਪ੍ਰੇਮ ਪ੍ਰਗਟ ਹੋਵੇ, ਇਹ ਇੱਕ ਵਿਦਵਾਨ ਸੱਜਣ ਦੇ ਬੋਲ ਨੇ। ਜਿਸ ਜਗ੍ਹਾ ਤੋਂ ਅਣਖ ਪੈਦਾ ਹੋਵੇ, ਦੁਖੀਆਂ ਦਾ ਦੁੱਖ ਦੂਰ ਹੋਵੇ, ਰੂਹ ਆਨੰਦ ਮਾਣੇ, ਜਿਸ ਜਗ੍ਹਾ ਉੱਤੋਂ ਏਡੀਆਂ ਵੱਡੀਆਂ ਬਰਕਤਾਂ ਮਿਲਦੀਆਂ ਹੋਣ ਤੇ ਸਿੱਖ ਜਿਸ ਜਗ੍ਹਾ ਵਾਸਤੇ ਆਪਣਾ ਖੂਨ ਤੱਕ ਡੋਲਣ ਤੱਕ ਤਿਆਰ ਹੋਣ, ਤੇ ਉੱਥੇ 10 ਕਿਲੋ ਦੁੱਧ ਨਾਲ ਜੇ ਉਹਨੂੰ ਧੋ ਦਿੱਤਾ ਜਾਵੇ, ਕੱਚੀ ਲੱਸੀ ਨਾਲ ਧੋ ਦਿੱਤਾ ਜਾਵੇ, ਤੇ ਸਾਡੇ ਕੁਝ ਵੀਰ ਭੈਣ ਭਰਾ ਰੋਈ ਜਾਂਦੇ। ਕਿੱਡੀ ਵੱਡੀ ਅਣਜਾਣਪੁਣੇ ਦੀ ਗੱਲ ਹੈ। ਇੱਕ ਬੇਨਤੀ ਕਰਾਂ, ਸਾਡੇ ਵੀਰ ਭੈਣ ਭਰਾ ਕਹਿ ਦਿੰਦੇ ਨੇ ਕਿ ਇਹ ਪਖੰਡ ਹੈ, ਪਰ ਜੇ ਸੋਚਿਆ ਜਾਵੇ, ਕੱਚੀ ਲੱਸੀ ਨਾਲ ਹਰਮੰਦਰ ਸਾਹਿਬ ਨੂੰ ਕਿਉਂ ਧੋਤਾ ਜਾਂਦਾ ਹੈ? ਕਿਉਂਕਿ ਸੰਗਮਰਮਰ ਲੱਗਾ ਹੈ, ਤੇ ਸੰਗਮਰਮਰ ਦੀ ਲਿਸ਼ਕ ਬਣੀ ਰਵੇ। ਸਭ ਤੋਂ ਲਾਭਵੰਦ ਹੈ ਕੱਚੀ ਲੱਸੀ। ਤੁਸੀਂ ਹੈਰਾਨ ਹੋਵੋਗੇ, ਇੱਕ ਉਸ ਪਵਿੱਤਰ ਦਰ ਦਾ ਅੰਮ੍ਰਿਤ ਰੂਪੀ ਜਲ ਸਿੱਖ ਸੰਗਤਾਂ ਛਕਦੀਆਂ ਨੇ। ਜੇ ਅਸੀਂ ਉਹਨੂੰ ਹੋਰ ਕਿਸੇ ਲਿਕੁਇਡ ਨਾਲ ਧੋਨੇ ਆ ਜਾਂ ਹੋਰ ਕਿਸੇ ਦਵਾਈ ਨਾਲ ਸਾਫ਼ ਕਰਦੇ ਆ, ਤੇ ਕਿੱਡਾ ਵੱਡਾ ਖਤਰਾ ਹੈ। ਔਰ ਸੰਗਮਰਮਰ ਦੀ ਚਟਿਆਈ ਤੇ ਸੰਗਮਰਮਰ ਦਾ ਸੋਹਣਾਪਣ ਤਾਂ ਹੀ ਰਹੇਗਾ ਜੇ ਉਹਨੂੰ ਕੱਚੀ ਲੱਸੀ ਨਾਲ ਧੋਤਾ ਜਾਵੇਗਾ। ਪਰ ਸਾਡੇ ਭੈਣ ਭਰਾ ਬੜੀ ਛੇਤੀ ਆਪਣੀ ਫੋਕੀ ਵਿਦਿਆ ਦੀ ਹਉਮੈ ਜ਼ਾਹਰ ਕਰਦੇ ਹੋਏ ਕਹਿ ਦਿੰਦੇ ਨੇ ਜੀ ਇਹ ਤਾਂ ਪਖੰਡ ਹੈ। ਪਰ ਜੇ ਪੁੱਛੀਏ ਵੀਰੋ ਭੈਣ ਭਰਾਓ, ਤੁਸੀਂ ਕਹਿੰਦੇ ਹੋ ਵੀ 10 ਕਿਲੋ ਦੁੱਧ ਜਿਹੜਾ ਗੁਰਦੁਆਰਿਆਂ 'ਚ ਇਸ਼ਨਾਨ ਕਰਾਇਆ ਜਾਂਦਾ ਹੈ, ਇਹ ਪਖੰਡ ਹੈ, ਇਹ ਗਰੀਬਾਂ ਨੂੰ ਦੇ ਦਿੱਤਾ ਜਾਵੇ ਜਾਂ ਇਹਦੇ ਪੈਸੇ ਗਰੀਬਾਂ ਨੂੰ ਦੇ ਦਿੱਤੇ ਜਾਣ ਤੇ ਕਿੰਨਾ ਲਾਭ ਹੋਵੇਗਾ। ਪਰ ਕਦੇ ਆਪਣੇ ਅੰਦਰ ਵੀ ਝਾਤੀ ਮਾਰੀ ਹੈ? ਧੰਨ ਬਾਬਾ ਫਰੀਦ ਸਾਹਿਬ ਆਪਣੀ ਪਵਿੱਤਰ ਬਾਣੀ ਦੇ ਵਿੱਚ ਕੀ ਕਹਿੰਦੇ ਨੇ ਕਿ ਸੱਜਣਾ ਸਿਆਣਾ ਉਹ ਨਹੀਂ ਜਿਹੜਾ ਦੂਜਿਆਂ ਨੂੰ ਮੱਤਾਂ ਦੇਵੇ, ਸਿਆਣਾ ਉਹ ਹੈ ਜਿਹੜਾ ਆਪਣੇ ਅੰਦਰ ਝਾਤੀ ਮਾਰੇ ਦੂਜੇ ਨੂੰ ਕਹਿਣ ਤੋਂ ਪਹਿਲਾਂ। ਮਹਾਨ ਸੂਫੀ ਫਕੀਰ ਨਿਰਮਲ ਆਤਮਾ ਧੰਨ ਬਾਬਾ ਫਰੀਦ ਸਾਹਿਬ ਆਪਣੀ ਪਵਿੱਤਰ ਬਾਣੀ ਦੇ ਵਿੱਚ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ,
ਆਪਨੜੇ ਗਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਅਸੀਂ ਕਿਤੇ ਆਪਣੇ ਅੰਦਰ ਝਾਤੀ ਮਾਰੀਏ, ਅਸੀਂ 10 ਕਿਲੋ ਦੁੱਧ ਨੂੰ ਰੋਈ ਜਾਂਦੇ ਆ ਕਿ ਉਜਾੜਦੇ ਆ ਜੀ, ਨੁਕਸਾਨ ਕਰਦੇ ਆ ਜੀ, ਗਰੀਬਾਂ ਨੂੰ ਦੇ ਦਿਓ। ਪਰ ਅਸੀਂ ਆਪਣੀ ਐਸ਼ ਖਾਤਰ, ਫੋਕੇ ਮਨ ਦੇ ਸਵਾਦਾਂ ਖਾਤਰ ਜਿਹੜਾ ਮਨ ਕਦੀ ਰੱਜਦਾ ਹੀ ਨਹੀਂ, ਕਿੰਨਾ ਪੈਸਾ ਜਾੜਦੇ ਆ। 2-4 ਨੁਕਤੇ ਦੀਆਂ ਗੱਲਾਂ ਜਿਹੜੀਆਂ ਵਿਦਵਾਨ ਸੱਜਣਾ ਨੇ ਕੀਤੀਆਂ ਨੇ ਤੁਹਾਡੇ ਨਾਲ ਸਾਂਝੀ ਕਰਦਾ ਯਤਨ ਕਰਾਂ। ਕਿਤੇ ਇੱਧਰ ਵੀ ਝਾਤੀ ਮਾਰੋ। ਸਰ ਤੇ ਸਾਡਾ 300 ਰੁਪਏ ਮੀਟਰ ਕੱਪੜੇ ਨਾਲ ਵੀ ਸਕਦਾ ਹੈ। ਫਿਰ ਆਪਣੀ ਐਸ਼ ਖਾਤਰ 1000, 5000, 10000, 20000 ਦੇ ਸੂਟ ਸਵਾਉਣੇ, ਕੀ ਇਹ ਪਖੰਡ ਨਹੀਂ ਹੈ? ਢੱਕਣਾ ਤੇ ਤਾਂ ਨਹੀਂ ਹੈ? ਕਿਉਂ ਪੈਸੇ ਜਾੜਦੇ ਹੋਏ ਨੇ? ਇੰਨੀ ਮਹਿੰਗੀ ਮਹਿੰਗੀ ਸਾਡੇ ਭਰਾ ਸ਼ਰਾਬ ਪੀਂਦੇ ਨੇ, ਸਿੱਖੀ ਤੋਂ ਪਤਤ ਹੋਏ ਤੇ ਸਿੱਖੀ ਦੀ ਕਦਰ ਜਿਨ੍ਹਾਂ ਨੂੰ ਕਿਸੇ ਮਾੜੀ ਸੰਗਤ ਕਰਕੇ ਰਹੀ ਨਹੀਂ। ਇੰਨੀ ਮਹਿੰਗੀ ਸ਼ਰਾਬ ਹਜ਼ਾਰਾਂ ਦੀ ਪੀ ਜਾਂਦੇ ਨੇ। ਪਰ ਜੇ ਪੁੱਛੇ ਵੀ ਜਵਾਕਾਂ ਨੂੰ ਚੰਗੀ ਖੁਰਾਕ ਦਿਓ, ਭਾਰਤ ਦਾ ਹਰ ਤੀਜਾ ਜਵਾਕ ਭੁੱਖ ਦਾ ਸ਼ਿਕਾਰ, ਕੁਪੋਸ਼ਣ ਦਾ ਸ਼ਿਕਾਰ ਹੈ। 20-20 ਲੱਖ, 15-15 ਲੱਖ, 30-30 ਲੱਖ ਅਸੀਂ ਵਿਆਹਾਂ ਤੇ ਲਾਉਂਦੇ ਹਾਂ। ਨੱਚਣ ਵਾਲੀਆਂ ਨਚਾਉਂਦੇ ਆ, ਖੁਦ ਨੱਚਦੇ ਆ। ਲਾਵਾਂ ਤੇ ਗੁਰਦੁਆਰੇ ਬੜੇ ਪਿਆਰ ਨਾਲ ਹੋ ਸਕਦੀਆਂ ਨੇ, ਬੜੀਆਂ ਸਾਦੀਆਂ ਹੋ ਸਕਦੀਆਂ ਨੇ। ਕੁੜੀ ਨੂੰ ਚੁੰਨੀ ਚੜਾ ਕੇ ਵੀ ਤੋਰਿਆ ਜਾ ਸਕਦਾ ਹੈ, ਪਰ ਇਹ ਖਰਚਾ ਸਾਨੂੰ ਦਿਖਦਾ ਨਹੀਂ। ਪਰ ਗੁਰੂ ਰਾਮਦਾਸ ਸਾਹਿਬ ਜਾਂ ਗੁਰਦੁਆਰੇ ਜਿੱਥੇ ਸੰਗਮਰਮਰ ਲੱਗਾ, ਉੱਥੇ 10 ਕਿਲੋ ਕੱਚੀ ਲੱਸੀ ਸਾਨੂੰ ਦੁਖਣ ਲੱਗ ਪਈ ਹੈ। ਜਵਾਕਾਂ ਨੂੰ ਪੜ੍ਹਨ ਵਾਸਤੇ ਸਰਕਾਰੀ ਸਕੂਲ ਵੀ ਭੇਜਿਆ ਜਾ ਸਕਦਾ ਹੈ। ਮੁੱਦਾ ਤੇ ਪੜ੍ਹਦਾ ਹੀ ਹੈ, ਜਿਹੜਾ ਹੁਸ਼ਿਆਰ ਹੋਊਗਾ ਪੜ੍ਹ ਜਾਊਗਾ। ਪਰ ਕਿਉਂ ਇੰਨੇ ਪੈਸੇ ਜਾੜਦੇ ਹੋ ਕਿ ਉੱਚੇ ਉੱਚੇ ਸਕੂਲਾਂ ਦੀਆਂ ਫੀਸਾਂ ਭਰਦੇ ਹੋ? 10 ਲੱਖ ਦੀ ਕਾਰ ਦੀ ਥਾਂ 1.5 ਲੱਖ ਦੀ ਸੈਕਿੰਡ ਹੈਂਡ ਨਾਲ ਵੀ ਸਰ ਸਕਦਾ ਹੈ। ਮੁੱਦਾ ਤੇ ਜਾਣਦਾ ਹੀ ਹੈ, ਸਫ਼ਰ ਕਰਨ ਦਾ ਹੀ ਹੈ। ਪਰ ਕਿਉਂ ਪਖੰਡ ਕਰਦੇ ਹੋ ਕਿ 25-25 ਲੱਖ ਦੀਆਂ ਗੱਡੀਆਂ ਰੱਖੀਆਂ ਨੇ? ਇਹੋ ਜਿਹੀਆਂ ਬੜੀਆਂ ਗੱਲਾਂ ਨੇ। ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਦੂਸਰੇ ਨੂੰ ਮੱਤ ਦੇਣੀ ਬੜੀ ਸੌਖੀ ਹੈ ਤੇ ਆਪਣੇ ਅੰਦਰ ਝਾਤੀ ਮਾਰਨੀ ਬੜੀ ਔਖੀ ਹੈ। ਸਰ ਨੂੰ ਤੇ 700-800 ਰੁਪਏ ਦੇ ਮੋਬਾਈਲ ਨਾਲ ਵੀ ਸਰ ਜਾਂਦਾ ਹੈ। 1500-2000 ਵਾਲੇ ਮੋਬਾਈਲ ਨਾਲ ਵੀ ਸਰ ਜਾਂਦਾ ਹੈ। ਤੇ ਕਾਦੇ ਵਾਸਤੇ 50,000 ਦੇ ਲੱਖ ਰੁਪਏ ਦੇ ਫੋਨ ਹੱਥਾਂ 'ਚ ਫੜੇ ਨੇ? ਕੀ ਇਹ ਪੈਸੇ ਦੀ ਬਰਬਾਦੀ ਨਹੀਂ? ਇਹ ਪੈਸਾ ਕਿਉਂ ਨਹੀਂ ਗਰੀਬਾਂ ਨੂੰ ਦਾਨ ਕਰਦੇ? ਹੁਣ ਤੁਸੀਂ ਸੋਚੋਗੇ ਵੀ ਜੇ ਇੰਨਾ ਕੁਝ ਅਸੀਂ ਛੱਡ ਦਿੱਤਾ ਤੇ ਜ਼ਿੰਦਗੀ ਕਿਵੇਂ ਚੱਲੇਗੀ, ਮਨ ਨੂੰ ਸਕੂਨ ਕਿਵੇਂ ਮਿਲੇਗਾ? ਅਸੀਂ ਤੇ ਰੋਮਾਂਚ ਕਰਨ ਵਾਸਤੇ ਸੰਸਾਰ ਦੇ ਵਿੱਚ ਆਏ ਆ, ਜ਼ਿੰਦਗੀ ਮਨਾਉਣ ਵਾਸਤੇ ਆਏ। ਤਾਂ ਜੇਕਰ ਮਨ ਦੇ ਕੁਝ ਸਮੇਂ ਦੇ ਸਕੂਨ ਪਿੱਛੇ ਅਸੀਂ ਇੰਨਾ ਪੈਸਾ ਉਜਾੜ ਦਿੰਦੇ ਆ ਤੇ ਸਾਨੂੰ ਪਤਾ ਵੀ ਆ ਕਿ ਇਹਦੇ ਨਾਲ ਮਨ ਨੂੰ ਸਦੀਵੀ ਖੁਸ਼ੀ ਨਹੀਂ ਮਿਲਣੀ, ਇਹ ਚੀਜ਼ ਪੁਰਾਣੀ ਹੋ ਜਾਣੀ ਤੇ ਫਿਰ ਅਸੀਂ ਨਵੀਂ ਲੈਣੀ। ਤਾਂ ਧਰਮੀ ਬੰਦੇ ਜਿਹੜੇ ਆਪਣੇ ਗੁਰੂ ਤੇ ਰੁਮਾਲੇ ਚੜਾਉਂਦੇ ਨੇ, ਕੀ ਉਹ ਰੁਮਾਲੇ ਇਹਨਾਂ ਨੀਚ ਸ਼ੌਂਕਾਂ ਤੋਂ ਜ਼ਿਆਦਾ ਮਾੜੇ ਨੇ? ਕੀ ਉਹ ਰੁਮਾਲੇ ਇਹਨਾਂ ਮਹਿੰਗੇ ਸ਼ੌਂਕਾਂ ਨਾਲੋਂ ਜ਼ਿਆਦਾ ਮਾੜੇ ਨੇ? ਕੋਈ ਹਿੰਦੂ ਧਰਮ ਦਾ ਪ੍ਰੇਮੀ ਹੈ, ਉਹਨੂੰ ਉਹਦਾ ਧਰਮ ਮੁਬਾਰਕ। ਅਸੀਂ ਉਹਦੇ ਬਾਰੇ ਕੀ ਗੱਲ ਕਰ ਸਕਦੇ? ਆਪੋ ਆਪਣੇ ਵਿਸ਼ਵਾਸ ਨੇ, ਸੰਸਕ੍ਰਿਤੀ ਹੈ, ਸੁਭਾਅ ਹੈ, ਮਰਿਆਦਾ ਹੈ। ਹਿੰਦੂ ਧਰਮ ਉੱਤੇ ਕਿੰਤੂ ਪਰੰਤੂ, ਸਿੱਖ ਧਰਮ ਉੱਤੇ ਕਿੰਤੂ ਪਰੰਤੂ, ਈਸਾਈ ਧਰਮ ਉੱਤੇ ਕਿੰਤੂ ਪਰੰਤੂ, ਮੁਸਲਮਾਨ ਧਰਮ ਉੱਤੇ ਕਿੰਤੂ ਪਰੰਤੂ।
ਪਰ ਥੋੜ੍ਹਾ ਜਿਹਾ ਕਿਤੇ ਕਿੰਤੂ ਪਰੰਤੂ ਆਪਣੇ ਸ਼ੌਂਕਾਂ ਤੇ ਆਪਣੇ ਪੈਸੇ ਜਾੜਨ ਵਾਲੀ ਆਦਤ 'ਤੇ ਵੀ ਕਰਕੇ ਦੇਖੋ। ਤੁਸੀਂ ਹੈਰਾਨ ਹੋਵੋਗੇ। ਸਾਡੇ ਭੈਣ ਭਰਾ ਬਸ ਰੋਈ ਜਾਂਦੇ ਨੇ, ਹਾਏ ਕਿੰਨਾ ਦੁੱਧ ਡੋਲੀ ਜਾਂਦੇ, ਕਿੰਨਾ ਦੁੱਧ ਡੋਲੀ ਜਾਂਦੇ, ਤੇ ਜਿਹੜਾ ਹਜ਼ਾਰਾਂ ਕੁਇੰਟਲ ਰੋਜ਼ ਦੁੱਧ ਲੰਗਰਾਂ ਵਿੱਚ ਚਾਹ ਬਣ ਕੇ ਗਰੀਬਾਂ ਦੇ ਢਿੱਡ 'ਚ ਪਹੁੰਚਦਾ, ਉਹਦਾ ਕੋਈ ਪਤਾ ਨਹੀਂ। ਬਸ 5 ਕਿਲੋ ਕੱਚੀ ਲੱਸੀ ਨੂੰ ਰੋਈ ਜਾਂਦੇ ਨੇ ਕਿ ਨਿਸ਼ਾਨ ਸਾਹਿਬ ਦਾ ਇਸ਼ਨਾਨ ਦੁੱਧ ਨਾਲ ਕਰਾਤਾ ਜੀ, ਹਰਿਮੰਦਰ ਸਾਹਿਬ ਦਾ ਇਸ਼ਨਾਨ ਦੁੱਧ ਨਾਲ ਕਰਾਤਾ ਜੀ। ਇੱਕ ਗੱਲ ਬੇਨਤੀ ਕਰਾਂ ਵੀ ਕੱਚੀ ਲੱਸੀ ਕੀ ਹੁੰਦੀ ਹੈ? ਇੱਕ ਬਾਲਟੀ ਪਾਣੀ 'ਚ ਐਵੇਂ 2 ਗਲਾਸ ਦੁੱਧ ਪਾ ਲਓ, 3 ਪਾ ਲਓ। ਸਾਡੀਆਂ ਮਾਵਾਂ ਸਾਨੂੰ ਪੁਰਾਣੇ ਸਮੇਂ ਦਹੀਂ ਨਾਲ ਕੇਸੀ ਇਸ਼ਨਾਨ ਕਰਾਉਂਦੀਆਂ ਰਹੀਆਂ ਨੇ। ਸ਼ੈਂਪੂ ਤੇ ਹੁਣ ਆਏ ਨੇ ਬਾਜ਼ਾਰ 'ਚ। ਹੁਣ ਹਰਿਮੰਦਰ ਸਾਹਿਬ ਵੀ ਕਿਉਂ ਕੱਚੀ ਲੱਸੀ ਵਰਤੀ ਜਾਂਦੀ ਹੈ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਬੇਨਤੀ ਕਰਾਂ ਵੀ ਬੇਸ਼ੱਕ ਦਰਬਾਰ ਸਾਹਿਬ ਦਾ ਡਰੇਨ ਸਿਸਟਮ ਵੱਖਰਾ ਹੈ, ਪਰ ਫਿਰ ਵੀ ਕੁਝ ਨਾ ਕੁਝ ਹਿੱਸਾ ਸਰੋਵਰ ਵਿੱਚ ਜਾਂਦਾ ਹੈ ਜਦੋਂ ਇਸ਼ਨਾਨ ਕਰਾਇਆ ਜਾਂਦਾ ਰਾਤ ਨੂੰ। ਸ਼ਾਇਦ 11:15 ਕਿ 12:15 ਇਹ ਸੇਵਾ ਸ਼ੁਰੂ ਹੁੰਦੀ ਇਸ਼ਨਾਨ ਦੀ। ਛਿੱਟੇ ਪੈਂਦੇ ਨੇ ਸਰੋਵਰ 'ਚ, ਸੰਗਤ ਚੂਲਾ ਛਕਦੀ ਹੈ ਹਰ ਕੀ ਪੌੜੀ ਤੋਂ, ਤੇ ਸਰੋਵਰ 'ਚ ਬੱਚੇ ਬੁੱਢੇ ਜਵਾਨ ਇਸ਼ਨਾਨ ਕਰਦੇ ਨੇ। ਤੇ ਜੇ ਅਸੀਂ ਇਹੋ ਜਿਹੇ ਅੱਜ ਕੱਲ੍ਹ ਦੇ ਟੁੱਚਲ ਵਿਦਵਾਨਾਂ ਮਗਰ ਲੱਗ ਕੇ ਕੋਈ ਬਾਜ਼ਾਰ ਵਿੱਚੋਂ ਕੈਮੀਕਲ ਕਲੀਨਰ ਲੈ ਆਈਏ ਤੇ ਉਹ ਵਰਤੀਏ, ਤੇ ਉਹ ਸਰੋਵਰ ਦੇ ਜਲ ਵਿੱਚ ਮਿਲ ਕੇ ਕਿੰਨਾ ਨੁਕਸਾਨ ਕਰ ਸਕਦਾ ਹੈ। ਬੜੇ ਹੈਰਾਨ ਹੁੰਦੇ ਆ ਵੀ ਜਿੱਥੇ ਲੋਕ ਸੰਗਤ ਦੀ ਧੂੜ ਨੂੰ ਵੀ ਚੁੱਕ ਕੇ ਘਰਾਂ ਨੂੰ ਲੈ ਜਾਂਦੇ ਨੇ, ਉੱਥੇ ਹੁਣ ਕੀ ਫਰਨੈਲ ਦੇ ਪੋਚੇ ਲਾਉਣੇ। ਅੱਜ ਸਾਰੀ ਦੁਨੀਆ ਆਰਗੈਨਿਕ ਵੱਲ ਮੁੜ ਰਹੀ ਹੈ ਵੀ ਆਰਗੈਨਿਕ ਖਾਓ, ਆਰਗੈਨਿਕ ਖੇਤੀ ਕਰੋ, ਦਵਾਈਆਂ ਦੀ ਵਰਤੋਂ ਨਾ ਕਰੋ, ਕੀਟਨਾਸ਼ਕਾਂ ਦੀ ਵਰਤੋਂ ਨਾ ਕਰੋ। ਲੋਕ ਦਵਾਈਆਂ ਛੱਡ ਕੇ ਮਲੱਠੀ ਹਲਦੀ ਤੇ ਮੋੜ ਆਏ ਨੇ, ਤੇ ਅਸੀਂ ਕੁਦਰਤੀ ਕਲੀਨਰ ਜਿਹੜੀ ਕੱਚੀ ਲੱਸੀ ਉਹਨੂੰ ਛੱਡ ਕੇ ਹੁਣ ਫਰਨੈਲ ਵਰਤਣੀ ਸ਼ੁਰੂ ਕਰ ਦੀ। ਇੰਨੇ ਕੁ ਸਿਆਣੇ ਅਸੀਂ ਹੋ ਗਏ ਹਾਂ। ਇਸ ਕਰਕੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂ, ਤੁਸੀਂ ਹੈਰਾਨ ਹੋਵੋਗੇ ਵੀ ਹਲਦੀ ਜ਼ਖਮ ਤੇ ਲੱਗ ਜਾਂਦੀ ਆ ਤੇ ਖਾਧੀ ਵੀ ਜਾਂਦੀ ਹੈ। ਜੇ ਕਿਸੇ ਲੱਤ ਬਾਂਹ ਤੇ ਵੱਡੀ ਫਿੰਸੀ ਹੋ ਜੇ ਤਾਂ ਮਾਤਾਵਾਂ ਰੋਟੀ ਬੰਨ੍ਹ ਦਿੰਦੀਆਂ ਸੀ, ਉਸ ਹੀਟ ਨਾਲ ਉਹ ਜ਼ਖਮ ਠੀਕ ਹੋ ਜਾਂਦਾ ਸੀ। ਹੁਣ ਸੰਸਾਰ ਫਿਰ ਮੁੜ ਕੇ ਪੁਰਾਤਨਤਾ ਵੱਲ ਜਾ ਰਿਹਾ ਹੈ, ਤੇ ਅਸੀਂ ਜਿਨ੍ਹਾਂ ਪਾਸ ਪੁਰਾਤਨਤਾ ਗੁਰੂ ਸਾਹਿਬ ਨੇ ਦਿੱਤੀ ਆ, ਬਿਨਾਂ ਸੋਚੇ ਸਮਝੇ ਅਣਜਾਣ ਪੁਣੇ ਵਿੱਚ ਨਿੰਦਿਆ ਕਰਦੇ ਹਾਂ। ਆਪ ਸੰਗਤਾਂ ਨੂੰ ਇੱਕ ਹੋਰ ਬੇਨਤੀ ਕਰਦਾ ਕਿ ਜਿਹੜੇ ਭੈਣ ਭਰਾ ਕਹਿੰਦੇ ਨਾ ਦਰਬਾਰ ਸਾਹਿਬ ਦੁੱਧ ਨਾਲ ਧੋਂਦੇ ਆ, ਤੁਸੀਂ ਸਾਡਾ ਇਤਿਹਾਸ ਪੜ੍ਹ ਲਓ। ਇਹ ਇਕੱਲਾ ਦੁੱਧ ਨਾਲ ਨਹੀਂ ਧੁੱਪਦਾ, ਲੋੜ ਪੈਣ ਤੇ ਸਿੱਖ ਇਸ ਨੂੰ ਆਪਣੇ ਖੂਨ ਨਾਲ ਵੀ ਧੋਂਦੇ ਆ। ਦਰਬਾਰ ਸਾਹਿਬ ਇੱਕ ਇਹੋ ਜਿਹਾ ਪਵਿੱਤਰ ਸਥਾਨ ਹੈ ਜਿੱਥੇ ਚੱਪੇ ਚੱਪੇ ਉੱਤੇ 10-10 ਸਿਰ ਲੱਗੇ ਨੇ। ਪੰਥ ਦੇ ਮਹਾਨ ਵਿਦਵਾਨਾਂ ਦੀ ਕਿਤੇ ਕਥਾ ਤੇ ਸੁਣ ਕੇ ਦੇਖੋ, ਇਤਿਹਾਸ ਤੇ ਪੜ੍ਹ ਕੇ ਦੇਖੋ। ਸਦਕੇ ਉਹਨਾਂ ਸਸਤੇ ਦਿਮਾਗਾਂ ਤੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਅੰਦਰ ਡੁੱਲਿਆ ਦੁੱਧ ਕੱਚੀ ਲੱਸੀ ਤੇ ਨਜ਼ਰ ਆ ਗਈ, ਪਰ ਦਰਬਾਰ ਸਾਹਿਬ ਦੇ ਚੱਪੇ ਚੱਪੇ ਤੇ ਬੇਦੋਸ਼ੀਆਂ ਦਾ, ਸ਼ਹੀਦਾਂ ਦਾ ਡੁੱਲਿਆ ਖੂਨ 1984 ਨਹੀਂ ਨਜ਼ਰ ਆਇਆ। ਇਹ ਕੁਝ ਬੇਨਤੀਆਂ ਕਰਨ ਦਾ ਯਤਨ ਕੀਤਾ ਹੈ। ਬਾਕੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਦੀ ਉਸਤਤ ਨੂੰ, ਉਹਦੇ ਸਤਿਕਾਰ ਨੂੰ ਕੌਣ ਘਟਾ ਸਕਦਾ ਹੈ? ਜਿਹਨੂੰ ਆਪ ਵਾਹਿਗੁਰੂ ਪਰਮੇਸ਼ਰ ਨੇ ਬੰਨਿਆ ਹੋਵੇ, ਬਣਾਇਆ ਹੋਵੇ। ਤੇ ਸਾਡਾ ਇਤਿਹਾਸ, ਸਾਡੀ ਰਵਾਇਤ ਕਹਿੰਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਆਪ ਇਸ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਆਪ ਜੀ ਸ਼ਬਦ ਪੜ੍ਹਦੇ ਹੋਵੋਗੇ, ਸੁਣਿਆ ਹੋਵੇਗਾ, ਸੰਤਾਂ ਕੇ ਕਾਰਜ ਆਪ ਖਲੋਇਆ,
ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਇਹਨਾਂ ਗੱਲਾਂ ਦੀ ਬਿਲਕੁਲ ਪਰਵਾਹ ਨਾ ਕਰੋ, ਕਿਉਂਕਿ ਸਾਡਾ ਸਤਿਗੁਰੂ ਬੜਾ ਉੱਚਾ ਹੈ। ਇਹ ਕੁਝ ਸੰਗਤਾਂ ਨੂੰ ਜਾਣਕਾਰੀ ਦੇਣ ਦਾ ਇੱਕ ਉਪਰਾਲਾ ਕੀਤਾ ਹੈ ਕਿ ਇਹੋ ਜਿਹੇ ਪ੍ਰਚਾਰ ਤੋਂ ਸਾਵਧਾਨ ਰਹੋ। ਐਵੇਂ ਏਡੀ ਛੇਤੀ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ ਜੀ, ਦਰਬਾਰ ਸਾਹਿਬ ਦੁੱਧ ਨਾਲ ਕਿਉਂ ਧੋਂਦੇ ਆ, ਜਿਹੜਾ ਕਿ ਕੱਚੀ ਲੱਸੀ ਨਾਲ ਧੋਤਾ ਜਾਂਦਾ ਹੈ। ਤੇ ਜੀ ਪੈਸੇ ਦੀ ਬਰਬਾਦੀ ਆ, ਇਹੀ ਪੈਸਾ ਗਰੀਬਾਂ ਨੂੰ ਦੇ ਸਕਦੇ। ਤੇ ਜੇ ਇਸ ਪਾਸੇ ਜਾਈਏ ਤਾਂ ਆਪਣੇ ਮਨਾਂ ਅੰਦਰ ਝਾਤੀ ਮਾਰੀਏ, ਅਸੀਂ ਆਪਣੀ ਐਸ਼ ਇਸ਼ਰਤ ਵਾਸਤੇ ਕਿੰਨਾ ਪੈਸਾ ਬਰਬਾਦ ਕਰਦੇ, ਕਦੀ ਉਹਦੇ ਵਿੱਚੋਂ ਵੀ ਗਰੀਬਾਂ ਨੂੰ ਦੇਣ ਦਾ ਯਤਨ ਕਰੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਇਹ ਵਾਸਤੇ ਆਪ ਸੰਗਤ ਨੇ ਸੁਮਤ ਬਖਸ਼ਣੀ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਚਰਨਾਂ ਦੀ ਪ੍ਰੇਮਾ ਭਗਤੀ ਦਾ ਦਾਨ ਬਖਸ਼ਿਸ਼ ਕਰਨ। ਅਤੇ ਸਾਰੀਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਕਾਲ ਦੀਆਂ ਚੱਲੀਆਂ ਆਉਂਦੀਆਂ ਮਰਿਆਦਾ ਪਰੰਪਰਾ ਤੇ ਆਪਾਂ ਪਹਿਰਾ ਦਈਏ, ਨਾ ਕਿ ਇਹੋ ਜਿਹੀਆਂ ਥੋੜ੍ਹੇ ਚਿਰ ਵਿੱਚ ਉੱਡ ਜਾਣ ਵਾਲੀਆਂ ਧੂਏ ਵਰਗੀਆਂ ਹੋਸ਼ੀਆਂ ਵਿਚਾਰਾਂ ਦੇ ਪਿੱਛੇ ਲੱਗ ਕੇ ਆਪਣੀਆਂ ਮਰਿਆਦਾ ਛੱਡੀਏ। ਰੁਮਾਲੇ ਚੜਾਉਣੇ, ਇਸ਼ਨਾਨ ਕਰਾਉਣੇ, ਨਿਸ਼ਾਨ ਸਾਹਿਬਾਂ ਦੇ ਚੋਲੇ ਚੜਾਉਣੇ, ਗੁਰੂ ਸਾਹਿਬ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਨੀ, ਇਹ ਸਾਡੀਆਂ ਮਰਿਆਦਾ ਨੇ ਤੇ ਅਸੀਂ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਨਹੀਂ ਛੱਡਣਾ। ਇਹ ਆਪਾਂ ਸਾਰੇ ਹੀ ਅੱਜ ਪ੍ਰਣ ਕਰੀਏ। ਗੁਰੂ ਕਿਰਪਾ ਕਰੇ, ਗੁਰੂ ਮਿਹਰ ਕਰੇ, ਸਤਿਗੁਰੂ ਸਾਨੂੰ ਬਲ ਬਖਸ਼ਿਸ਼ ਕਰੇ ਤੇ ਆਪਣੀ ਮਰਿਆਦਾ ਗੁਰਮਤਿ ਉੱਤੇ ਦ੍ਰਿੜ ਵਿਸ਼ਵਾਸ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੇਣ।